ਹੁਣ ਤਾਂ ਸ਼ਾਇਦ ਮੈਂ ਸੋਚ ਕੇ ਵੀ ਡਰਦੀ ਸੀ ਕਿ ਮੇਰੇ ਘਰ ਔਲਾਦ ਹੋਏਗੀ। ਮਮਾ ਨੂੰ ਕੈਂਸਰ ਤੇ ਡੈਡੀ ਨੂੰ ਐਲਜ਼ਾਈਮਰਸ ਹੋ ਗਿਆ। ਦੇਖਦਿਆਂ ਹੀ ਦੇਖਦਿਆਂ ਅਗਲੇ ਸਾਲ ਵਿੱਚ ਹੀ ਉਹ ਸਾਨੂੰ ਛੱਡ ਗਏ। ਹੈਲੋ, ਕਿੱਥੇ ਹੈ? ਮੈਂ ਕਿਹਾ ਮੈਂ ਬਾਹਰ ਹਾਂ। ਕੀ ਹੋਇਆ? ਤੇਰੀ ਦੁਕਾਨ ਤੇ ਕਿਸੇ ਨੇ ਅੱਗ ਲਾ ਦਿੱਤੀ। ਸਭ ਕੁਝ ਜਲ ਕੇ ਰਾਖ ਹੋ ਗਿਆ ਸੀ। ਡਾਕਟਰ ਨੇ ਮੈਨੂੰ ਸਿੱਧੇ ਆਈਸੀਯੂ 'ਚ ਪਾਤਾ ਕਿ ਇਹਨਾਂ ਦੀ ਹਾਰਟ ਬੀਟ ਤਾਂ ਬਹੁਤ ਫਾਸਟ ਹੈ, ਸਵੇਰੇ ਤੱਕ ਕੁਝ ਕਹਿਣਾ ਬਹੁਤ ਔਖਾ ਹੈ। ਕੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੁਝ ਇਹੋ ਜਿਹੀਆਂ ਮੁਸ਼ਕਿਲਾਂ ਹਨ? ਕੋਈ ਗੱਲ ਨਹੀਂ, ਅੱਜ ਮੈਂ ਆਪਣੀ ਇਸ ਵੀਡੀਓ ਤੋਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੀ ਹਾਂ। ਜੇ ਤੁਸੀਂ ਇਹ ਗੱਲਾਂ ਆਪਣੇ ਧਿਆਨ ਨਾਲ ਸੁਣੋਗੇ, ਠਕ 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 ਮੌਤ ਦਸਤਕ ਦੇ ਰਹੀ ਹੈ, ਪਰ ਕਿਤੇ ਦੂਰ ਜ਼ਿੰਦਗੀ ਬੁਲਾ ਰਹੀ ਹੈ। ਮੈਂ ਜ਼ਿੰਦਗੀ ਨੂੰ ਗਲਵਕੜੀ ਪਾ ਕੇ ਮਿਲਣਾ ਹੈ। ਮੈਂ ਜੀਣਾ ਚਾਹੁੰਦੀ ਹਾਂ। ਮੈਂ ਹਾਲੇ ਨਹੀਂ ਜਾਣਾ। ਮੈਂ ਮੌਤ ਨੂੰ ਦੂਰ ਕਰ ਰਹੀ ਹਾਂ। ਦੂਰ, ਹਾਂ ਦੂਰ। ਕਿੰਨਾ ਸੌਖਾ ਲੱਗਦਾ ਹੈ ਨਾ ਇਹ ਸੁਣਨਾ ਕਿ ਮੈਂ ਮੌਤ ਨੂੰ ਦੂਰ ਕਰਨਾ ਹੈ ਤੇ ਜ਼ਿੰਦਗੀ ਨੂੰ ਗਲੇ ਪਾ ਕੇ ਮਿਲਣਾ ਹੈ। ਪਰ ਕਰਨ ਵਿੱਚ ਔਰ ਕਹਿਣ ਵਿੱਚ ਬਹੁਤ ਅੰਤਰ ਹੁੰਦਾ ਹੈ। ਇਹ ਗੱਲ ਮੈਂ ਤਾਂ ਮਹਿਸੂਸ ਕੀਤੀ ਜਦੋਂ ਮੈਂ ਆਈਸੀਯੂ ਵਿੱਚ ਸੀ। ਮੌਤ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ ਤੇ ਜ਼ਿੰਦਗੀ ਕਹਿ ਰਹੀ ਸੀ, ਨਹੀਂ, ਹਾਲੇ ਤੂੰ ਮੇਰੀ ਬਾਂਹ ਨਾ ਛੱਡੀ। ਇਸੀ ਦਰਮਿਆਨ ਮੈਨੂੰ ਇੱਕ ਬਜ਼ੁਰਗਵਾਰ ਨੇ ਇੱਕ ਗੱਲ ਸਮਝਾਈ ਜਿਸਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਨਵੀਂ ਮੈਂ ਬਣ ਗਈ। ਮੈਂ ਜ਼ਿੰਦਗੀ ਨੂੰ ਮਹਿਸੂਸ ਕਰਨ ਲੱਗ ਪਈ। ਮੈਂ ਜ਼ਿੰਦਗੀ ਦੇ ਹਰ ਸਟਰਗਲ, ਹਰ ਚੈਲੰਜ, ਹਰ ਔਖੀ ਘੜੀ ਨੂੰ ਸਮਝਣ ਲੱਗ ਗਈ ਅਤੇ ਉਸ ਦਾ ਡਟ ਕੇ ਸਾਹਮਣਾ ਕਰਨ ਲੱਗ ਗਈ। ਕੀ ਤੁਹਾਡੀ ਜ਼ਿੰਦਗੀ ਵਿੱਚ ਵੀ ਕੁਝ ਇਹੋ ਜਿਹੀਆਂ ਮੁਸ਼ਕਿਲਾਂ ਹਨ? ਕੋਈ ਗੱਲ ਨਹੀਂ, ਅੱਜ ਮੈਂ ਆਪਣੀ ਇਸ ਵੀਡੀਓ ਤੋਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦੀ ਹਾਂ ਜੋ ਮੈਨੂੰ ਉਸ ਬਜ਼ੁਰਗਵਾਰ ਨੇ ਸਮਝਾਈ ਸੀ। ਜੇ ਤੁਸੀਂ ਇਹ ਗੱਲਾਂ ਆਪਣੇ ਧਿਆਨ ਨਾਲ ਸੁਣੋਗੇ ਅਤੇ ਆਪਣੀ ਜ਼ਿੰਦਗੀ ਵਿੱਚ ਅਪਣਾਓਗੇ ਤਾਂ ਤੁਹਾਡੀ ਵੀ ਜ਼ਿੰਦਗੀ ਮੇਰੇ ਵਾਂਗੂ ਖੁਸ਼ਹਾਲ ਹੋ ਜਾਏਗੀ ਤੇ ਤੁਸੀਂ ਵੀ ਜ਼ਿੰਦਗੀ ਨੂੰ ਪਿਆਰ ਕਰਨ ਲੱਗ ਪਾਓਗੇ। ਅੱਜ ਮੈਂ ਜੋ ਤੁਹਾਨੂੰ ਗੱਲਾਂ ਦੱਸਣੀਆਂ ਨੇ ਉਹ ਤੁਸੀਂ ਆਪਣੇ ਗੱਲ ਨਾਲ ਬੰਨ੍ਹ ਲਓ ਤੇ ਯਾਦ ਰੱਖਣਾ, ਜ਼ਿੰਦਗੀ ਬਹੁਤ ਖੂਬਸੂਰਤ ਹੈ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਵਿਆਹ ਕੇ ਸਹੁਰਿਆਂ ਦੇ ਘਰ ਗਈ ਤੇ ਦਿਲ ਵਿੱਚ ਇੱਕ ਬੜੀ ਘਬਰਾਹਟ ਸੀ, ਟੈਨਸ਼ਨ ਸੀ, ਕਿਉਂਕਿ ਸਹੇਲੀਆਂ ਕੋਲੋਂ ਇਹੀ ਸੁਣਿਆ ਸੀ ਸਹੁਰੇ ਨਾ ਚੰਗੇ ਨਹੀਂ ਹੁੰਦੇ, ਧੀਆਂ ਨੂੰ ਧੀਆਂ ਵਾਕਣ ਨਹੀਂ ਰੱਖਦੇ, ਨੂੰਹ ਤਾਂ ਨੂੰਹ ਹੀ ਹੁੰਦੀ ਹੈ। ਪਰ ਮੇਰੇ ਨਾਲ ਤਾਂ ਸਭ ਕੁਝ ਉਲਟ ਹੀ ਹੋਇਆ। ਸੱਸ ਦੇ ਰੂਪ ਵਿੱਚ ਮਾਂ ਮਿਲ ਗਈ, ਸਹੁਰੇ ਦੇ ਰੂਪ ਵਿੱਚ ਪਿਓ ਮਿਲ ਗਿਆ। ਹੱਸਦੇ ਖੇਡਦੇ 1.5 ਸਾਲ ਪਤਾ ਹੀ ਨਹੀਂ ਲੱਗਿਆ ਕਿੱਥੇ ਚਲਾ ਗਿਆ। ਇੱਕ ਦਿਨ ਰਾਤੀ ਸੁੱਤਿਆਂ ਸੁੱਤਿਆਂ ਬਹੁਤ ਤੇਜ਼ ਪੇਟ ਦਰਦ ਹੋਇਆ और मैं खूब रोने लग गई। मेरे हस्बैंड मैनू फटाफट हॉस्पिटल ले गए। उत्थे पता लग गया कि मैं एक्सपेक्ट कर रही हाँ। अरे वाह, पूरा टब्बर खुशी नाल नचिया सी उस दिन। इंज लग्या जिवें घर फिर तो हरा भरा हो गया है। ये खुशी तो एक होर ही चीज़ होंदी है, महसूस की जाती है। पर मेरी ये खुशी बहुत थोड़े चिर ਲਈ ਸੀ। ਕੁਝ ਦਿਨਾਂ ਬਾਅਦ ਹੀ ਮੇਰਾ ਮਿਸਕੈਰੇਜ ਹੋ ਗਿਆ। ਮੈਨੂੰ ਇੰਜ ਲੱਗਿਆ ਜ਼ਿੰਦਗੀ ਮੇਰੇ ਤੋਂ ਰੁੱਸ ਗਈ। ਇਹ ਕੀ ਕੀਤਾ ਰੱਬਾ? ਔਰ ਫਿਰ ਇਹ ਇੱਕ ਵਾਰੀ ਤੋਂ ਬਾਅਦ ਦੂਜੀ ਤੀਜੀ ਵਾਰੀ ਮੇਰੇ ਨਾਲ ਫਿਰ ਹੋਇਆ। ਮੇਰੇ ਲਈ ਇਹ ਬਹੁਤ ਦਰਦਨਾਕ ਸੀ। ਮੇਰੀ ਬਰਦਾਸ਼ਤ ਤੋਂ ਬਾਹਰ ਸੀ। ਹੁਣ ਤਾਂ ਸ਼ਾਇਦ ਮੈਂ ਸੋਚ ਕੇ ਵੀ ਡਰਦੀ ਸੀ ਕਿ ਮੇਰੇ ਘਰ ਔਲਾਦ ਹੋਏਗੀ। ਪਰ ਮੇਰੀ ਸੱਸ ਮਾਂ ਮੈਨੂੰ ਕਹਿੰਦੇ ਸੀ, ਕੋਈ ਗੱਲ ਨਹੀਂ, ਸਬਰ ਕਰ, ਜ਼ਿੰਦਗੀ ਬਹੁਤ ਇਮਤਿਹਾਨ ਲੈਂਦੀ ਹੈ। ਹਾਲੇ ਇਸੇ ਗੱਲ ਨੂੰ ਸਬਰ ਵਿੱਚ ਲਿਆਉਣਾ ਸ਼ੁਰੂ ਕੀਤਾ ਸੀ ਕਿ ਮੇਰੇ ਸੱਸ ਔਰ ਮੇਰੇ ਸਹੁਰਾ ਸਾਹਿਬ ਦੋਨੋਂ ਹੀ ਬਿਮਾਰ ਹੋ ਗਏ। ਮਮਾ ਨੂੰ ਕੈਂਸਰ ਤੇ ਡੈਡੀ ਨੂੰ ਐਲਜ਼ਾਈਮਰਸ ਹੋ ਗਿਆ। ਦੇਖਦਿਆਂ ਹੀ ਦੇਖਦਿਆਂ ਅਗਲੇ ਸਾਲ ਵਿੱਚ ਹੀ ਉਹ ਸਾਨੂੰ ਛੱਡ ਗਏ। ਇੰਜ ਲੱਗਿਆ ਜ਼ਿੰਦਗੀ ਹੀ ਖਤਮ ਹੋ ਗਈ। ਹੁਣ ਸ਼ੁਰੂਆਤ ਕਿੱਥੋਂ ਕਰਾਂ? ਫਿਰ ਇੱਕ ਦਿਨ ਅਚਾਨਕ ਰਾਤੀ
3 ਵਜੇ फ़ोन आया। हेलो कित्थे हैं? मैं क्या मैं बाहर हाँ। की होया? तेरी दुकान ते किसी ने अग ला दी। मैं की सुनिया? मैं सुपना ते नहीं वेख्या। मैं अपने आप नूं जोर दी चुंडी वड्डी ते कहा ਇਹ नहीं हो सकता। मैं इन्हां नूं किवें जगावां? ए किवें हो गया? साडे नाल क्यों होया? मेरा सिर चकरा गया। मैनूं कुछ समझ ही नहीं आ रहा सी। पर हादसा तो हो चुकिया सी। घटना ते वापर चुकी सी। असी जदों अपने शहर पहुंचे तो वेख्या सब कुछ जल के राख हो गया सी। किसने कीता होएगा साडे नाल? और क्यों? किसी नूं की मिलेगा किसी दी जिंदगी विच इतनी वड्डी घाट पा के? पता तो लग गया, पर मेरे हसबैंड इतने सिवियर डिप्रैशन में आ गए सी कि उन्हां दे अगे की अगेंस्ट एक्शन लेना सी। असी ते अपनी ही प्रॉब्लम से उलझ गए। बहुत चिर लग गया, पर वो संभल नहीं सी रहे। और एक दिन असी हमेशा लिए अपने उस शहर नूं छोड़न दा इरादा बना लिया। एक नवी सोच, एक नवी उमंग, एक नवी तरंग लेके मैं सोचिया जिंदगी फिर तो शुरू करने आ। मैं टीचर सी। मैं अपनी टीचिंग जॉब शुरू की थी। नवे शहर आए, अपने हसबैंड का बहुत इलाज कराया, पर मैं नहीं जानती सी कि इन्हां दी बीमारी मेरे ते भी असर कर रही है। थोड़े दिनों बाद मैनू एंगजाइटी अटैक्स आने लग गए। मैनू डिप्रैशन की प्रॉब्लम होनी शुरू हो गई। मैनू हार्टबीट तेज़ रहने की प्रॉब्लम शुरू हो गई। मेरी पल्स रेट बढ़ गई। और एक दिन राती अचानक इसी तरह राती 2:30 बजे मेरी तबीयत यकदम ही खराब हो गई। इतनी खराब कि मैं सोच भी नहीं सकती सी। मैं शिवर करते हुए फेंट हो गई। मेरे हसबैंड मैनू फट हॉस्पिटल ले गए। उत्थे जाके डॉक्टर ने मैनू सीधे ICU च पाता कि इन्हां दी हार्टबीट तो बहुत फास्ट है, सवेरे तक कुछ कहना बहुत औखा है। मेरी सारी फैमिली बाहर खड़े होकर रब नूं अरदासां कर रही सी और मैं अंदर बेसुध सी। उस तो बाद 1 या 2 या 3 बारी होया। चौथी बारी मैनू याद है जदों मैं ICU पहुंची, मेरी जिंदगी बदलण वाली सी। ये मैनू नहीं पता सी। उत्थे एक बुजुर्ग बार आए। उन्होंने मैनू कहा, की गल है बच्चीए, तू हर थोड़े दिन बाद इत्थे क्यों आनी है? तेरे अगे तो पूरी जिंदगी पई है। उस टाइम मेरी तबीयत ठीक नहीं सी ते मैं थोड़ा जा औखे होके गया। मेरा कोई दिल थोड़ा करदा है इत्थे आन नूं। मेरी तबीयत ठीक नहीं रहिंदी। उन्होंने मैनू एक बहुत अच्छी गल समझाई। हर मुसीबत, हर परेशानी इत्थों शुरू होंदी है। जो मैं तुहानूं हुण दस्सण जा रही हाँ उसनूं चेता करियो। कदी तुहाडी जिंदगी विच भी यह परेशानी आई होएगी। यह परेशानी वाकई ही इत्थों शुरू होंदी है। साडे सबकॉन्शियस माइंड विच स्टोर हुई होंदी है। उन्होंने मैनू कहा, एक ड्राइंग दिखाई तो मैनू कहा, दस इस विच की है? मैं क्या पहाड़ है ते होर की देखनी है? मैं क्या एक बंदा है पहाड़ चढ़न की कोशिश कर रहा है। तो उन्होंने फट पन्ना पलट दिता तो मैनू क्या हुण दस? क्या वो बंदा पहाड़ ते चढ़ गया? तेनों इन्हें दोनों तिनों फोटोआं चों किहड़ी सब तो चंगी लगी? मैं क्या वो जिहड़ी पहाड़ ते चढ़ गया खुली हवा विच है। कहन लगे कि तू उसदे पिछे दी परेशानियां नूं वेखिया कि ट्रैकिंग करनी, पहाड़ ते चढ़ना इतना आसान है? इस जिंदगी भी सानू पहाड़ वर्गी लगती है जदों असी अपनी प्रॉब्लम्स नूं दूसरियां दी प्रॉब्लम्स नूं ज़्यादा समझण लग जाने आ। वाकई किथे उन्हां दी ये छोटी जी गल मेरे दिल विच घर कर गई अते मैनूं वो गल याद आई कि हर वेले रब नूं कोसदे होया एक बंदा कहंदा है, मेरे कोल चप्पल नहीं है, चप्पल नहीं है। हे रब्बा, तेरे दर ते आना, चप्पल तां लै दे। हाले 10 सीढ़ियां ही ऊपर चढ़ता है तो देखता है एक बंदा थल्ले आ रहा है जिसके पैर नहीं आए। कहता शुक्र है रब्बा, तू मैनू पैर तां दिते। वो समझ गया कि शुकराने विच ही हर गल दा इलाज है। असीं कितनी बार चेता करने आ कि असीं शुकराना किता होएगा रब ने सानू जो कुछ दिता है। इस जिंदगी एक सब सीढ़ी दे खेल वांगू है। सीढ़ियां साडी कामयाबी,
ਜਿਹੜੀ ਅਸੀਂ ਹੱਸ ਕੇ ਕਦਮ ਚੁੰਮਦੇ ਹੋਏ ਬਸ ਟੁਰਦੇ ਜਾਂਦੇ ਹਾਂ, ਔਰ ਜਿਵੇਂ ਹੀ ਸਾਨੂੰ ਇੱਕ ਸੱਪ ਨੇ ਡੱਸਿਆ ਅਸੀਂ ਥੱਲੇ ਗਿਰ ਜਾਂਦੇ ਹਾਂ। ਉਹ ਸੱਪ ਸਾਡੇ ਚੈਲੰਜਸ, ਸਾਡੇ ਸਟਰਗਲਸ ਹਨ। ਉਹ ਚੈਲੰਜਸ ਔਰ ਸਟਰਗਲਸ ਫੇਸ ਕਰਨ ਵਾਸਤੇ ਉਸ ਦਿਨ ਉਹਨਾਂ ਬਜ਼ੁਰਗਾਂ ਨੇ ਮੈਨੂੰ ਇੱਕ ਤਰਕੀਬ ਦੱਸੀ। ਤੇਰੀ ਜ਼ਿੰਦਗੀ ਵਿੱਚ ਇੱਕ ਫਾਰਮੂਲਾ ਅਪਣਾ ਲੈ, D³। ਮੈਂ ਕਿਹਾ D³ ਦਾ ਕੀ ਮਤਲਬ ਹੈ? D³ ਜੋ ਮੈਂ ਅੱਜ ਤੁਹਾਨੂੰ ਦੇ ਰਹੀ ਹਾਂ, ਉਹ D³ ਮੇਰੀ ਜ਼ਿੰਦਗੀ ਦਾ ਇੱਕ ਫਲਸਫਾ, ਇੱਕ ਮੇਰੀ ਜ਼ਿੰਦਗੀ ਦਾ ਮੇਰੀ ਅਪਰੋਚ ਬਣ ਗਿਆ। ਡਿਜ਼ਾਇਰ, ਡਿਟਰਮੀਨੇਸ਼ਨ ਐਂਡ ਡੈਡੀਕੇਸ਼ਨ। ਸਾਡੀ ਡਿਜ਼ਾਇਰ ਸਾਡੇ ਰਸਤੇ ਨੂੰ ਤੈਅ ਕਰਦੀ ਹੈ। Where there is a will, there is a way। ਸਾਡੀ ਜ਼ਿੰਦਗੀ ਦਾ ਸਫ਼ਰ ਤੈਅ ਕਰਨ ਵਾਲੀ ਹੀ ਸਾਡੀ ਆਪਣੀ ਡਿਜ਼ਾਇਰ ਹੈ। ਮੈਂ ਕਿਸ ਮੁਕਾਮ ਤੇ ਜਾਣਾ ਚਾਹਨੀ ਹਾਂ, ਉਹ ਮੇਰੀ ਡਿਜ਼ਾਇਰ ਹੈ। ਮੈਂ ਆਪਣੀ ਜ਼ਿੰਦਗੀ ਨੂੰ ਕੁਝ ਬਣਾਉਣਾ ਚਾਹਨੀ ਹਾਂ, ਇਹ ਮੇਰੀ ਡਿਜ਼ਾਇਰ ਹੈ। ਜੇ ਡਿਜ਼ਾਇਰ ਹੀ ਨਹੀਂ ਹੈ ਤਾਂ ਅੱਗੇ ਵਧਣ ਦੀ ਤਾਂ ਗੱਲ ਹੀ ਨਹੀਂ ਆਉਂਦੀ। ਤੁਹਾਡੀ ਡਿਜ਼ਾਇਰ ਇਤਨੀ ਸਟਰੋਂਗ ਹੋਣੀ ਚਾਹੀਦੀ ਹੈ ਕਿ ਤੁਸੀਂ ਉਤਨੀ ਹੀ ਡੈਡੀਕੇਸ਼ਨ ਨਾਲ ਉਸ ਤੇ ਕੰਮ ਕਰੋ। ਜਿਤਨੀ ਸਟਰੋਂਗ ਤੁਹਾਡੀ ਡੈਡੀਕੇਸ਼ਨ ਹੋਏਗੀ ਆਪਣੇ ਉਸ ਕੰਮ ਨੂੰ ਕਰਨ ਦੀ, ਉਤਨੀ ਹੀ ਸਟਰੋਂਗ ਡਿਟਰਮੀਨੇਸ਼ਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਚੱਲਦੇ ਜਾਓਗੇ। ਕਹਿਣਾ ਬਹੁਤ ਸੌਖਾ ਹੈ, ਜਿਵੇਂ ਮੈਂ ਪਹਿਲੇ ਕਿਹਾ ਸੀ, ਲੇਕਿਨ ਇਤਨਾ ਵੀ ਔਖਾ ਨਹੀਂ ਹੈ ਕਰਨਾ। ਸਾਡੇ ਆਪਣੇ ਦਿਲ ਵਿੱਚ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਇੱਕ ਸੜਕ ਹੈ ਨਾ, ਸੜਕ ਤੇ ਚੱਲਾਂਗੇ ਤਾਂ ਉਸੇ ਬਹੁਤ ਸਾਰੇ ਖੱਡੇ ਵੀ ਆਉਣਗੇ। ਰੁਕ ਜਾਓਗੇ ਕਿ ਉਸ ਖੱਡੇ ਨੂੰ ਵੇਖ ਕੇ ਕਿ ਨਹੀਂ ਅੱਗੇ ਖੱਡਾ ਹੈ, ਮੈਂ ਅੱਗੇ ਨਹੀਂ ਜਾ ਸਕਦੀ, ਜਾਂ ਆਪਣੇ ਲਈ ਇੱਕ ਨਵਾਂ ਰਸਤਾ ਤਿਆਰ ਕਰੋਗੇ। ਹਾਂ, ਆਪਣੇ ਲਈ ਇੱਕ ਨਵਾਂ ਰਸਤਾ ਤਿਆਰ ਕਰਨ ਦੀ ਹੀ ਲੋੜ ਹੈ। ਰਾਬਰਟ ਫਰੋਸਟ ਦੀ ਪੋਮ ਮੈਨੂੰ ਯਾਦ ਆਉਂਦੀ ਹੈ, ਰੋਡ ਨਾਟ ਟੇਕਨ, ਜਿਸ ਵਿੱਚ ਉਹਨਾਂ ਨੇ ਕਿਹਾ ਸੀ 2 ਰਸਤੇ ਹਨ, ਤੁਸੀਂ ਕਿਹੜਾ ਲੋਗੇ? ਉਸ ਤੇ ਜਿਸ ਤੇ ਸਭ ਚੱਲਦੇ ਹਨ, ਜਾਂ ਉਹ ਜਿਸ ਤੇ ਤੁਸੀਂ ਚੱਲ ਕੇ ਆਪਣੀ ਪਹਿਚਾਨ ਬਣਾਓਗੇ। ਮੈਂ ਦਿਲ ਵਿੱਚ ਸੋਚਿਆ ਮੈਂ ਉਸ ਰਸਤੇ ਤੇ ਚਲਾਂਗੀ ਜਿਸ ਤੇ ਕੋਈ ਨਹੀਂ ਚੱਲਿਆ, ਜਿਸ ਤੇ ਬਹੁਤ ਥੋੜੇ ਲੋਕਾਂ ਨੇ ਚੱਲਣ ਦਾ ਕੋਸ਼ਿਸ਼ ਕੀਤੀ। ਮਜ਼ਾ ਤਾਂ ਤਾਂ ਹੀ ਹੋਏ ਜਦੋਂ ਮੈਂ ਆਪਣੇ ਸਟਰਗਲਸ ਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਲਾਂ ਅਤੇ ਕਹਾਂ ਕੋਈ ਗੱਲ ਨਹੀਂ, ਜੇ ਤੂੰ ਮੇਰੇ ਤੋਂ ਵੱਡਾ ਹੈ ਤਾਂ ਮੇਰਾ ਜਜ਼ਬਾ ਤੇਰੇ ਤੋਂ ਵੱਡਾ ਹੈ। ਜਿਵੇਂ ਮੈਂ ਆਪਣੀ ਬਿਮਾਰੀ ਨੂੰ ਕਿਹਾ ਕਿ ਹੁਣ ਮੈਂ ICU ਨਹੀਂ ਆਵਾਂਗੀ, ਜੇ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਤਾਂ ਠੀਕ ਹੈ, ਤੇਰੀ ਮੇਰੀ ਦੋਸਤੀ, ਲੇਕਿਨ ਹੁਣ ਇਹ ਯਾਦ ਰੱਖੀ, ਜੇ ਤੂੰ ਮੇਰੇ ਨਾਲ ਰਹਿਣਾ ਹੈ ਤਾਂ ਮੈਂ ਵੀ ਤੇਰੇ ਨਾਲ ਹੀ ਰਵਾਂਗੀ, ਛੱਡਾਂਗੀ ਨਹੀਂ ਜ਼ਿੰਦਗੀ ਦਾ ਹੱਥ। ਔਰ ਉਹੀ ਹੋਇਆ। ਚੱਲ ਪਈ ਮੈਂ ਵੀ ਉਸ ਸੜਕ ਤੇ। ਤੁਸੀਂ ਵੀ ਇੱਕ ਕਦਮ ਚੱਕਣਾ ਹੈ। 99% ਸਾਡੇ ਦਿਲ ਵਿੱਚ ਹੁੰਦਾ ਹੈ, 1% ਦੀ ਮੋਟੀਵੇਸ਼ਨ ਹੁੰਦੀ ਹੈ। ਜੇ ਉਹ 99% ਬਾਹਰ ਆ ਜਾਏ ਨਾ ਉਸ 1% ਨਾਲ, ਤਾਂ ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਤੁਹਾਨੂੰ ਰੋਕ ਨਹੀਂ ਪਾਏਗੀ। ਕਿਸ ਦੀ ਵੇਟ ਕਰ ਰਹੇ ਹੋ? ਕੀ ਸੋਚ ਰਹੇ ਹੋ? ਕੌਣ ਆਏਗਾ ਤੁਹਾਨੂੰ ਅੱਗੇ ਰਸਤਾ ਦੇਣ ਵਾਸਤੇ? ਰਸਤਾ ਤਾਂ ਆਪ ਬਣਾना ਪਏਗਾ। ਸਿਰਫ ਗੱਡੀ ਚਲਾਣਾ ਤੇ ਸਿੱਖਣਾ ਦੋਨੋਂ ਅਲੱਗ ਕੰਮ ਹਨ। ਸਿੱਖਦੇ ਹੋਇਆ ਇੱਕ ਡਰ ਹੈ ਜ਼ਿੰਦਗੀ ਵਿੱਚ, ਲੇਕਿਨ ਜਦੋਂ ਸਿੱਖ ਲਈ ਅਸੀਂ ਉਸ ਰਸਤੇ ਤੇ ਚੱਲ ਪੈਂਦੇ ਹਾਂ। ਫਿਰ ਐਕਸਲਰੇਟਰ ਤੋਂ ਲੈ ਕੇ ਬ੍ਰੇਕ ਤੱਕ ਤੇ ਸਟੀਅਰਿੰਗ ਵੀਲ ਤੱਕ ਸਿਰਫ ਸਾਡੀ ਹੀ ਸੋਚ ਔਰ ਸਾਡੀ ਹੀ ਡਿਜ਼ਾਇਰ ਕੰਮ ਕਰਦੀ ਹੈ। ਜੇ ਅਸੀਂ ਚੱਲ ਪਏ ਤਾਂ ਫਿਰ ਤਾਂ ਗੱਡੀ ਚੱਲ ਪਈ, ਜੇ ਅਸੀਂ ਰੁਕ ਗਏ ਤਾਂ ਜ਼ਿੰਦਗੀ ਦੀ ਗੱਡੀ ਵੀ ਰੁਕ ਗਈ। ਬਸ ਇਤਨੀ ਜਿਹੀ ਗੱਲ ਹੈ। ਖੁਦ ਹੀ ਚੱਲਣਾ ਹੈ, ਖੁਦ ਹੀ ਸਮਝਣਾ ਹੈ। ਤਾਂ ਹੁਣ ਤੁਸੀਂ ਕਿਸ ਦੀ ਵੇਟ ਕਰ ਰਹੇ ਹੋ? ਚਲੋ ਤੇ ਚਲਿਏ, ਆਪਣੀ ਜ਼ਿੰਦਗੀ ਦਾ ਰਾਹ ਖੁਦ ਬਣਾਈਏ ਔਰ ਖੁਦ ਹੀ ਇਸੇ ਵਿੱਚ ਆਪਣੇ ਆਪ ਨੂੰ ਕਾਮਯਾਬ ਕਰੀਏ। ਔਰ ਮੈਂ ਸੋਚਿਆ ਅਗਰ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਮੇਰਾ ਵੀ ਤਾਂ ਕੋਈ ਫਰਜ਼ ਬਣਦਾ ਹੈ। ਕਿਉਂ ਨਾ ਆਪਾਂ ਸਾਰੇ ਮਿਲ ਕੇ ਇੱਕ ਦੂਜੇ ਦੀ ਜ਼ਿੰਦਗੀ ਨੂੰ ਬਦਲੀਏ। ਫਿਰ ਇੱਕ ਟੀਚਰ ਜਿਸਨੇ ਬਹੁਤ ਸਾਰੇ ਬੱਚਿਆਂ ਨੂੰ ਪਿਆਰ ਕੀਤਾ ਅਤੇ ਉਹਨਾਂ ਦਾ ਪਿਆਰ ਲਿਆ। ਫਿਰ ਵੀ ਕੁਝ ਐਸਾ ਸੀ ਜੋ ਮੈਨੂੰ ਖਿੱਚ ਰਿਹਾ ਸੀ, ਔਰ ਮੈਂ ਦੇਖਦਿਆਂ ਇੱਕ ਯੂਥ ਪਰਸਨੈਲਿਟੀ ਡਿਵੈਲਪਮੈਂਟ ਕੋਚ ਬਣੀ, ਮੋਟੀਵੇਸ਼ਨਲ ਸਪੀਕਰ ਬਣੀ
बहुत सारे खिताब जिते, इंटरनेशनल स्पीकिंग ਦਾ ਕੰਪੀਟੀਸ਼ਨ ਜਿੱਤਿਆ ਔਰ ਆਪਣੀ ਜ਼ਿੰਦਗੀ ਨੂੰ ਇਹੋ ਜਿਹੇ ਬੱਚਿਆਂ ਦੇ ਨਾਮ ਕਰ ਦਿੱਤਾ ਜਿਨ੍ਹਾਂ ਨੂੰ ਮੈਂ ਇਹ ਸਿਖਾ ਸਕਾਂ ਕਿ ਤੁਹਾਡੀ ਪਰਸਨੈਲਿਟੀ ਤੁਹਾਡਾ ਆਪਣਾ ਆਈਡੈਂਟੀਟੀ ਕਾਰਡ ਹੈ। ਮੈਂ ਅੱਜ ਆਪਣੇ ਟਾਕ ਰੂਮ ਤੋਂ ਇਹੋ ਜਿਹੇ ਕਿਤਨੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਆ, ਚਾਹੇ ਉਹਨਾਂ ਦੀ ਪਰਸਨੈਲਿਟੀ ਦੀ ਹੋਏ, ਚਾਹੇ ਪਬਲਿਕ ਸਪੀਕਿੰਗ ਦੀ ਹੋਏ ਜਾਂ ਫਿਰ ਮੋਟੀਵੇਸ਼ਨ ਦੀ, ਕਿ ਆਪਣੀ ਜ਼ਿੰਦਗੀ ਵੱਲ ਅੱਗੇ ਹੋ ਕੇ ਵੇਖੋ। ਤੁਹਾਡੀ ਜ਼ਿੰਦਗੀ ਸਿਰਫ ਤੁਹਾਡੇ ਹੀ ਮੁਤਾਬਿਕ ਚੱਲ ਸਕਦੀ ਹੈ ਅਗਰ, ਯਾਦ ਰੱਖਿਓ 3D, ਡਿਜ਼ਾਇਰ, ਡੈਡੀਕੇਸ਼ਨ ਔਰ ਡਿਟਰਮੀਨੇਸ਼ਨ, ਇਸ ਰਸਤੇ ਤੇ ਤੁਰ ਪਾਓ। ਮੈਂ ਆਪਣੀ ਜ਼ਿੰਦਗੀ ਬਦਲੀ ਅਤੇ ਕਈ ਹੋਰ ਬੱਚਿਆਂ ਦੀ ਬਦਲੀ। ਉਹ ਬੱਚੇ ਅੱਜ ਆਪਣੀ ਹੀ ਜ਼ਿੰਦਗੀ, ਆਪਣੇ ਕਰੀਅਰ ਵਿੱਚ ਬਹੁਤ ਖੁਸ਼ ਹਨ। ਉਹਨਾਂ ਨੂੰ ਵੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਇਹੀ ਸਾਡੇ ਸਭ ਦਾ ਮਕਸਦ ਹੋਣਾ ਚਾਹੀਦਾ ਹੈ। ਖੁਸ਼ ਰਹੋ ਤੇ ਖੁਸ਼ੀਆਂ ਵੰਡੋ। ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।